हाँ जी स्टूडेंट, तुहाडा सारिਆਂ ਦਾ ਸਵਾਗਤ है दोबारा बायोलॉजी की क्लास दे विच। ਤਾਂ पिछली क्लास दे विच आपां डिस्कशन कीती सी सैल दे स्ट्रक्चर बारे। सैल दे विच की ऑर्गेनाइज किहड़ियां हुंदियां इन्हां बारे आपां देखिया सी। ਤਾਂ जिन्ना भी स्टूडेंट्स ने पुरानी क्लास पिछली क्लास नहीं देखी, पार्ट 1 नहीं देखा, तो वो पहला पार्ट 1 देख लो, क्योंकि इस क्लास दे विच आपां अगे मूव करांगे। दूसरी क्लास दे विच सैल दे स्ट्रक्चर बारे गल करांगे। ਤਾਂ ਆਪਾਂ ਪੜ੍ਹਿਆ ਸੀ ਕਿ ਆਪਣੀਆਂ ਜਿਹੜੀਆਂ ਵੀ ਪ੍ਰੋਸੈਸਿਸ ਹੁੰਦੀਆਂ ਬੋਡੀ ਦੇ ਵਿੱਚ, ਲਾਈਫ ਪ੍ਰੋਸੈਸਿਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ। ਫੋਰ ਐਗਜ਼ਾਮਪਲ ਰੈਸਪੀਰੇਸ਼ਨ ਹੋ ਰਹੀ ਹੈ, ਐਨਰਜੀ ਬਣ ਰਹੀ, ਆਪਣੀ ਐਨਰਜੀ ਦੀ ਪ੍ਰੋਡਕਸ਼ਨ ਹੋ ਰਹੀ ਹੈ। ਇਹ ਸਾਰੀਆਂ ਪ੍ਰੋਸੈਸਿਸ ਕਿੱਥੇ ਹੋ ਰਹੀਆਂ? ਤਾਂ ਸੈੱਲ ਦੇ ਵਿੱਚ ਹੀ ਹੋ ਰਹੀਆਂ। ਠੀਕ ਹੈ ਜੀ। ਤਾਂ ਇਸ ਲੈਕਚਰ ਦੇ ਵਿੱਚ ਆਪਾਂ ਇਹਨਾਂ ਬਾਰੇ ਗੱਲ ਕਰਨੀ ਹੈ। ਸੈੱਲ ਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਹੁੰਦੇ ਆ? ਅਗਰ ਆਪਾਂ ਗੱਲ ਕਰੀਏ ਤਾਂ ਸੈੱਲ ਦੇ ਵਿੱਚ ਮੇਨ ਕੰਪੋਨੈਂਟਸ ਕਿਹੜੇ ਕਿਹੜੇ ਹੁੰਦੇ ਆ? ਸੈੱਲ ਵਾਲ ਆਪਾਂ ਨੂੰ ਨਜ਼ਰ ਆਏਗੀ, ਸੈੱਲ ਮੈਂਬਰੇਨ ਹੁੰਦੀ ਹੈ, ਠੀਕ ਹੈ ਜੀ, ਸਾਈਟੋਪਲਾਜ਼ਮ ਹੁੰਦਾ ਹੈ, ਨਿਊਕਲੀਅਸ ਹੁੰਦਾ ਹੈ, ਸੈੱਲ ਔਰਗੇਨੈਲਿਜ਼, ਬਾਕੀ ਦੀਆਂ ਜਿਹੜੀਆਂ ਸੈੱਲ ਦੇ ਕੁਝ ਕੁ ਪਾਰਟਸ ਹੁੰਦੇ ਆ। ਤਾਂ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਸੈੱਲ ਮੈਂਬਰੇਨ ਦੀ ਗੱਲ ਕੀਤੀ ਜਾਵੇ ਤਾਂ ਸੈੱਲ ਮੈਂਬਰੇਨ ਦੇ ਵਿੱਚ ਕੀ ਹੁੰਦਾ ਹੈ ਕਿ ਮੰਨ ਲਓ ਆਪਣਾ ਇਹ ਵਾਲਾ ਸੈੱਲ ਹੈ। ਅਗਰ ਆਪਾਂ ਪਲਾਂਟ ਸੈੱਲ ਦੀ ਗੱਲ ਕਰ ਰਹੇ ਹਾਂ ਜਾਂ ਐਨੀਮਲ ਸੈੱਲ ਦੀ ਗੱਲ ਕਰ ਰਹੇ ਹਾਂ, ਦੋਨਾਂ ਦੇ ਵਿੱਚ ਕੀ ਪ੍ਰੈਜੈਂਟ ਹੋਏਗੀ? ਸੈੱਲ ਮੈਂਬਰੇਨ ਪ੍ਰੈਜੈਂਟ ਹੋਏਗੀ। ਦੋਨਾਂ ਦੇ ਵਿੱਚ ਸੈੱਲ ਮੈਂਬਰੇਨ ਪ੍ਰੈਜੈਂਟ ਹੋਏਗੀ। ਸੈੱਲ ਮੈਂਬਰੇਨ ਦਾ ਕੰਮ ਕੀ ਹੁੰਦਾ ਹੈ? ਇਹ ਬੇਸਿਕਲੀ ਕੰਟਰੋਲ ਕਰਦੀ ਹੈ ਕਿ ਬਾਹਰੋਂ ਕਿਹੜਾ ਮਟੀਰੀਅਲ ਅੰਦਰ ਜਾਣ ਦੇਣਾ ਸੈੱਲ ਦੇ ਵਿੱਚ, ਅਤੇ ਅੰਦਰੋਂ ਕਿਹੜਾ ਮਟੀਰੀਅਲ ਬਾਹਰ ਜਾਣ ਦੇਣਾ। ਮਤਲਬ ਆਪਣੀ ਬੋਡੀ ਦੇ ਵਿੱਚ ਕੰਟਰੋਲ ਕਰਦੀ ਹੈ ਮੂਵਮੈਂਟ ਆਫ ਸਬਸਟੈਂਸਿਸ, ਕੰਟਰੋਲਸ ਮੂਵਮੈਂਟ ਆਫ ਸਬਸਟੈਂਸਿਸ ਇਨ ਐਂਡ ਆਊਟ ਆਫ ਦਾ ਸੈੱਲ। ਇਨ ਐਂਡ ਆਊਟ ਆਫ ਦਾ ਸੈੱਲ ਮਤਲਬ ਕੀ ਹੋਇਆ ਕਿ ਸੈੱਲ ਦੇ ਅੰਦਰ ਕਿਹੜੀ ਚੀਜ਼ ਜਾਣ ਦੇਣੀ ਹੈ, ਐਂਟਰ ਕਿਹੜੀ ਕਰਨ ਦੇਣੀ ਹੈ, ਅਤੇ ਸੈੱਲ ਤੋਂ ਬਾਹਰ ਕਿਹੜੀ ਚੀਜ਼ ਜਾਣ ਦੇਣੀ ਹੈ। ਇਹਦੀ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ ਸੈੱਲ ਨੇ ਕੋਈ ਵੀ ਫੰਕਸ਼ਨ ਕਰਨਾ ਹੈ ਤਾਂ ਸੈੱਲ ਦੇ ਵਿੱਚ ਆਪਾਂ ਨੂੰ ਪਤਾ ਆਕਸੀਜਨ ਦੀ ਲੋੜ ਹੋਏਗੀ, ਜਿਹੜੀਆਂ ਗੈਸਿਸ ਹੈ ਉਹ ਐਕਸਚੇਂਜ ਹੋਣਗੀਆਂ। ਤਾਂ ਇਹ ਜਿਹੜੀ ਆਕਸੀਜਨ ਹੈ ਸੈੱਲ ਦੇ ਵਿੱਚ ਅੰਦਰ ਜਾਏਗੀ ਤਾਂ ਹੀ ਸੈੱਲ ਕੰਮ ਕਰੇਗਾ। ਇਹਦਾ ਮਤਲਬ ਸੈੱਲ ਮੈਂਬਰਨ ਇੱਕ ਐਂਟਰੈਂਸ ਗੇਟ ਦਾ ਕੰਮ ਕਰ ਰਹੀ ਹੈ, ਜਿਹੜੀ ਅਲਾਓ ਕਰੇਗੀ ਆਕਸੀਜਨ ਨੂੰ ਅੰਦਰ ਜਾਣ ਲਈ। ਅਗਰ ਇਹ ਅਲਾਓ ਨਹੀਂ ਕਰਦੀ ਤਾਂ ਇਟ ਮੀਨਸ ਉਹ ਵਾਲੀ ਚੀਜ਼ ਅੰਦਰ ਨਹੀਂ ਜਾ ਸਕਦੀ। ਠੀਕ ਹੈ ਜੀ। ਹੁਣ ਸੈੱਲ ਨੇ ਆਪਦਾ ਕੰਮ ਕੰਪਲੀਟ ਕਰ ਲਿਆ। ਸੈੱਲ ਨੇ ਉਸ ਆਕਸੀਜਨ ਨੂੰ ਯੂਟੀਲਾਈਜ਼ ਕਰਕੇ ਐਨਰਜੀ ਪ੍ਰੋਡਿਊਸ ਕਰ ਲਈ। ਹੁਣ ਜਦੋਂ ਐਨਰਜੀ ਪ੍ਰੋਡਿਊਸ ਕਰ ਲਈ ਤਾਂ ਹੁਣ ਸੈੱਲ ਦੇ ਵਿੱਚ ਕੁਛ ਵੇਸਟੇਜ ਮਟੀਰੀਅਲ ਵੀ ਪ੍ਰੋਡਿਊਸ ਹੋਇਆ, ਜਿਹੜਾ ਸੈੱਲ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਅਤੇ ਇਹ ਜਿਹੜਾ ਵੇਸਟੇਜ ਮਟੀਰੀਅਲ ਸੀ ਇਹ ਸੈੱਲ ਤੋਂ ਬਾਹਰ ਆਉਣਾ ਚਾਹੀਦਾ। ਹੁਣ ਕਿਹੜੇ ਮਟੀਰੀਅਲ ਨੂੰ ਬਾਹਰ ਆਉਣ ਦੇਣਾ ਇਹ ਵੀ ਕੌਣ ਡਿਸਾਈਡ ਕਰੂਗਾ? ਸੈੱਲ ਮੈਂਬਰੇਨ ਡਿਸਾਈਡ ਕਰੂਗਾ। ਤਾਂ ਸੈੱਲ ਮੈਂਬਰੇਨ ਕਿਹਦੇ ਵਿੱਚ ਹੁੰਦੀ ਹੈ? ਇੱਕ ਤਾਂ ਪੁਆਇੰਟ ਤੁਸੀਂ ਇਹ ਵੀ ਯਾਦ ਰੱਖਣਾ, ਸੈੱਲ ਮੈਂਬਰੇਨ ਦੋਨਾਂ ਵਿੱਚ ਪ੍ਰੈਜੈਂਟ ਹੁੰਦੀ ਹੈ, ਐਨੀਮਲ ਸੈੱਲ ਦੇ ਵਿੱਚ ਵੀ ਅਤੇ ਪਲਾਂਟ ਸੈੱਲ ਦੇ ਵਿੱਚ ਵੀ। ਠੀਕ ਹੈ ਜੀ। ਜਿਵੇਂ ਕਿ ਪੁਆਇੰਟ ਲਿਖਿਆ ਹੋਇਆ ਆਪਣੇ ਕੋਲ, ਸੈੱਲ ਮੈਂਬਰੇਨ ਇਜ਼ ਪ੍ਰੈਜੈਂਟ ਇਨ ਓਲ ਦਾ ਸੈੱਲ, ਸਾਰੇ ਹੀ ਸੈੱਲਸ ਦੇ ਵਿੱਚ ਪ੍ਰੈਜੈਂਟ ਹੁੰਦੀ ਹੈ। ਸੈੱਲ ਮੈਂਬਰੇਨ ਇਜ਼ ਦਾ ਆਊਟਰ ਕਵਰਿੰਗ, ਆਊਟਰ ਕਵਰਿੰਗ ਹੁੰਦੀ ਹੈ ਸੈੱਲ ਦੀ। ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਕੁਛ ਹੁੰਦਾ ਹੈ? ਸਾਈਟੋਪਲਾਜ਼ਮ ਹੁੰਦਾ ਹੈ, ਨਿਊਕਲੀਅਸ ਹੁੰਦਾ ਹੈ। ਇਹ ਵਾਲੀਆਂ ਚੀਜ਼ਾਂ ਆਪਾਂ ਲਾਸਟ ਲੈਕਚਰ ਦੇ ਵਿੱਚ ਸਟਰਕਚਰ ਦੇ ਵਿੱਚ ਦੇਖੀਆਂ ਵੀ ਸੀ, ਜਿਹਦੇ ਵਿੱਚ ਇੱਕ ਡਾਇਗਰਾਮ ਦੇ ਵਿੱਚ ਆਪਾਂ ਸਮਝਿਆ ਸੀ। ਨੈਕਸਟ, ਇਹ ਜਿਹੜੀ ਮੈਂਬਰੇਨ ਹੁੰਦੀ ਹੈ ਆਪਣੀ ਸੈੱਲ ਦੀ, ਇਹ ਪੋਰਸ ਹੁੰਦੀ ਹੈ। ਪੋਰਸ ਦਾ ਮਤਲਬ ਕੀ ਹੁੰਦਾ ਕਿ ਇਹਦੇ ਵਿੱਚ ਮਸਾਮ ਹੁੰਦੇ ਆ, ਪੋਰਸ ਹੁੰਦੇ ਆ, ਮਤਲਬ ਖਾਲੀ ਮੋਰੀਆਂ ਹੁੰਦੀਆਂ ਇਸ ਤਰ੍ਹਾਂ, ਵਿੱਚ ਪੋਰਸ ਹੁੰਦੇ ਆ, ਜਿਨ੍ਹਾਂ ਦੇ ਰਾਹੀਂ ਜਿਹੜੇ ਕੀ ਹੈ ਸਿਲੈਕਟਿਵ ਸਬਸਟੈਂਸ, ਸਿਲੈਕਟਿਵ ਮਤਲਬ ਕਿ ਇਹ ਮੈਂਬਰੇਨ ਡਿਸਾਈਡ ਕਰੂਗੀ ਕਿ ਕਿਹੜੇ ਆਪਣੇ ਸਬਸਟੈਂਸ ਨੂੰ ਅੰਦਰ ਲੈ ਕੇ ਜਾਣ ਦੇਣਾ ਅਤੇ ਕਿਹੜੇ ਸਬਸਟੈਂਸ ਨੂੰ ਬਾਹਰ ਸਿੱਟਣਾ, ਇਨ ਐਂਡ ਆਊਟ ਆਫ ਦਾ ਸੈੱਲ। ਠੀਕ ਹੈ ਜੀ। ਤਾਂ ਇਹ ਸੈੱਲ ਨੂੰ ਆਪਾਂ ਨੂੰ ਮੈਂਬਰੇਨ ਦਾ ਮੇਨ ਕੰਮ ਤਾਂ ਇਹੀ ਹੋ ਗਿਆ ਕਿ ਜਿਹੜੀਆਂ ਵੀ ਆਪਣੇ ਕੋਲ ਸਬਸਟੈਂਸਿਸ ਹੈ ਉਹਨਾਂ ਦੀ ਮੂਵਮੈਂਟ ਨੂੰ ਕੰਟਰੋਲ ਕਰਨਾ, ਪਲੱਸ ਸੈੱਲ ਨੂੰ ਪ੍ਰੋਟੈਕਟ ਵੀ ਕਰਕੇ ਰੱਖਦੀ ਹੈ। ਇਹ ਸੈੱਲ ਨੂੰ ਪ੍ਰੋਟੈਕਟ ਵੀ ਕਰਕੇ ਰੱਖਦੀ ਹੈ ਕਿੱਥੋਂ? ਕਿਸ ਚੀਜ਼ ਤੋਂ? ਕੋਈ ਵੀ ਡੈਮੇਜ ਹੋ ਰਿਹਾ ਸੈੱਲ ਨੂੰ, ਅਤੇ ਸੈੱਲ ਦੇ ਵਿੱਚੋਂ ਕੋਈ ਵੀ ਆਪਣੇ ਕੋਲ ਸੈੱਲ ਦੇ ਵਿੱਚੋਂ ਕੋਈ ਵੀ ਚੀਜ਼ ਲੀਕ ਨਾ ਹੋ ਜਾਵੇ, ਬਾਹਰ ਨਾ ਆ ਜਾਵੇ, ਇਸ ਚੀਜ਼ ਨੂੰ ਵੀ ਪ੍ਰੋਟੈਕਟ ਕਰਦੀ ਹੈ। ਠੀਕ ਹੈ। ਤਾਂ ਫਸਟ ਆਫ ਆਲ ਆਪਾਂ ਸੈੱਲ ਮੈਂਬਰੇਨ ਦੀ ਗੱਲ ਕੀਤੀ ਹੈ। ਅਗਰ ਆਪਾਂ ਇਕੱਲੇ ਪਲਾਂਟ ਸੈੱਲ ਦੀ ਗੱਲ ਕਰੀਏ ਇੱਥੇ, ਤਾਂ ਨੈਕਸਟ ਆਪਾਂ ਗੱਲ ਕਰਨ ਜਾ ਰਹੇ ਹਾਂ ਪਲਾਂਟ ਸੈੱਲ ਦੀ। ਪਲਾਂਟ ਸੈੱਲ ਦੇ ਵਿੱਚ ਇੱਕ ਚੀਜ਼ ਐਕਸਟਰਾ ਤੁਹਾਨੂੰ ਮਿਲੇਗੀ,
ਜਿਹੜੀ ਕਿਹੜੀ ਹੁੰਦੀ ਹੈ ਸੈੱਲ ਵਾਲ ਜਿਹਨੂੰ ਆਪਾਂ ਬੋਲਦੇ ਹਾਂ। ਠੀਕ ਹੈ ਜੀ, ਇਹ ਸਿਰਫ ਤੇ ਸਿਰਫ ਪਲਾਂਟ ਸੈੱਲ ਦੇ ਵਿੱਚ ਤੁਹਾਨੂੰ ਮਿਲੇਗੀ, ਐਨੀਮਲ ਸੈੱਲ ਦੇ ਵਿੱਚ ਇਹ ਪ੍ਰੈਜੈਂਟ ਨਹੀਂ ਹੁੰਦੀ। ਇਹਨੂੰ ਇਸ ਤਰ੍ਹਾਂ ਯਾਦ ਕਰ ਸਕਦੇ ਹਾਂ ਆਪਾਂ, ਏ ਤੇ ਐਨੀਮਲ ਸੈੱਲ ਹੈ। ਐਨੀਮਲ ਸੈੱਲ ਦੇ ਵਿੱਚ ਏ ਤੋਂ ਹੀ ਯਾਦ ਰੱਖਿਓ ਐਬਸੈਂਟ ਹੋਏਗੀ ਵਾਲ, ਏ ਫੋਰ ਐਬਸੈਂਟ, ਮਤਲਬ ਇਹ ਨਹੀਂ ਹੁੰਦੀ। ਠੀਕ ਹੈ ਜੀ, ਤਾਂ ਜਿਹੜੇ ਪਲਾਂਟ ਦੇ ਵਿੱਚ ਜਿਹੜਾ ਸੈੱਲ ਸਟਰਕਚਰ ਹੁੰਦਾ ਹੈ, ਸੈੱਲ ਵਾਲ ਹੁੰਦੀ ਹੈ, ਕਾਹਦੀ ਬਣੀ ਹੁੰਦੀ ਹੈ? ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ ਸੈਲੂਲੋਜ਼। ਤਾਂ ਇਹ ਇੱਕ ਮਟੀਰੀਅਲ ਹੈ ਜਿੰਦੇ ਤੋਂ ਮਿਲ ਕੇ ਇਹ ਬਣੀ ਹੁੰਦੀ ਹੈ। ਸੈਲੂਲੋਜ਼ ਤੁਸੀਂ ਯਾਦ ਰੱਖਣਾ। ਬਾਕੀ ਹੋਰ ਕੁਛ ਮਾਈਨਰ ਮਟੀਰੀਅਲਸ ਵੀ ਹੁੰਦੇ ਆ, ਹੈਮੀ ਸੈਲੂਲੋਜ਼ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਪੈਕਟਿਨ ਕਹਿ ਦਿੰਦੇ ਹਾਂ। ਠੀਕ ਹੈ, ਮੇਨ ਮਟੀਰੀਅਲ ਕਿਹੜਾ ਇਹਨਾਂ ਵਿੱਚ? ਸੈਲੂਲੋਜ਼। ਆਪਾਂ ਸੈੱਲ ਵਾਲ ਜਾਂ ਐਨੀਮਲ ਪਲਾਂਟ ਸੈੱਲ ਨੂੰ, ਐਨੀਮਲ ਇੱਕ ਪਲਾਂਟ ਸੈੱਲ ਨੂੰ ਡਾਈਜੈਸਟ ਨਹੀਂ ਕਰ ਪਾਉਂਦਾ। ਕਿਉਂ? ਉਹਦਾ ਕਾਰਨ ਇਹੀ ਹੈ ਕਿ ਜਿਹੜੀ ਸੈਲੂਲੋਜ਼ ਹੁੰਦਾ ਹੈ ਇਹ ਆਪਣੀ ਬੋਡੀ ਦੇ ਵਿੱਚ ਜਾ ਕੇ ਡਾਈਜੈਸਟ ਨਹੀਂ ਹੁੰਦਾ, ਤਾਂ ਕਰਕੇ ਆਪਾਂ ਪਲਾਂਟ ਸੈੱਲ ਨੂੰ ਐਬਜ਼ੋਰਬ ਨਹੀਂ ਕਰ ਪਾਉਂਦੇ, ਡਾਈਜੈਸਟ ਨਹੀਂ ਕਰ ਪਾਉਂਦੇ। ਠੀਕ ਹੈ ਜੀ, ਇਹਦੇ ਕਰਕੇ ਹੀ ਹੁੰਦਾ। ਨੈਕਸਟ, ਐਕਸਕਲੂਸਿਵਲੀ ਸਿਰਫ ਪਲਾਂਟ ਸੈੱਲਸ ਦੇ ਵਿੱਚ ਹੁੰਦੀ ਹੈ, ਮਤਲਬ ਇਕੱਲੇ ਪਲਾਂਟ ਸੈੱਲ ਦੇ ਵਿੱਚ ਹੁੰਦੀ ਹੈ, ਜਿਹੜੀ ਪਲਾਜ਼ਮਾ ਮੈਂਬਰੇਨ ਨੂੰ ਪ੍ਰੋਟੈਕਟ ਕਰਕੇ ਰੱਖਦੀ ਹੈ ਅਤੇ ਬਾਕੀ ਦੇ ਕੰਪੋਨੈਂਟਸ ਨੂੰ ਵੀ ਪ੍ਰੋਟੈਕਟ ਕਰਦੀ ਹੈ। ਆਊਟਰ ਮੋਸਟ ਲੇਅਰ ਹੁੰਦੀ ਹੈ। ਆਊਟਰ ਮੋਸਟ ਲੇਅਰ ਦਾ ਮਤਲਬ ਕੀ ਹੋਇਆ ਕਿ ਮੰਨ ਲਓ ਆਪਣੇ ਕੋਲ ਆ ਪਲਾਂਟ ਸੈੱਲ ਹੈ, ਇੱਥੇ ਆਪਾਂ ਦੇਖਦੇ ਹਾਂ, ਇਹ ਇਹਦੀ ਕਿਹੜੀ ਹੈ? ਸੈੱਲ ਮੈਂਬਰੇਨ ਹੈ। ਇਹਦੇ ਬਾਹਰ ਵਾਲੀ ਇੱਕ ਲੇਅਰ ਹੋਰ ਹੁੰਦੀ ਹੈ ਜਿਹਨੂੰ ਆਪਾਂ ਬੋਲਦੇ ਹਾਂ ਸੈੱਲ ਵਾਲ। ਦੂਸਰੀ ਮੈਂਬਰੇਨ ਕਿਹੜੀ ਹੁੰਦੀ ਹੈ? ਸੈੱਲ ਵਾਲ। ਠੀਕ ਹੈ, ਬਾਹਰ ਵਾਲੀ ਆਊਟਰ ਮੋਸਟ ਲੇਅਰ ਰਿਜਿਡ ਹੁੰਦੀ ਹੈ ਜੀ। ਨੈਕਸਟ ਪੁਆਇੰਟ ਆਪਾਂ ਦੇਖਦੇ ਹਾਂ, ਰਿਜਿਡ ਦਾ ਮਤਲਬ ਸਖਤ ਹੁੰਦੀ ਹੈ, ਸਟਿਫ ਸਟਰਕਚਰ ਹੁੰਦਾ। ਸਖਤ ਹੋਊਗੀ ਤਾਂ ਕਰਕੇ ਇਹ ਪਲਾਂਟ ਸੈੱਲ ਨੂੰ ਪ੍ਰੋਟੈਕਟ ਕਰਕੇ ਰੱਖਦੀ ਹੈ। ਨੈਕਸਟ, ਇਹ ਪਲਾਂਟ ਸੈੱਲ ਨੂੰ ਸ਼ੇਪ ਵੀ ਪ੍ਰੋਵਾਈਡ ਕਰਦੀ ਹੈ, ਸਪੋਰਟ ਵੀ ਪ੍ਰੋਵਾਈਡ ਕਰਦੀ ਹੈ, ਅਤੇ ਇਹਨੂੰ ਪਲਾਂਟ ਸੈੱਲ ਨੂੰ ਮਕੈਨੀਕਲ ਸ਼ੌਕ ਤੋਂ ਵੀ ਬਚਾ ਕੇ ਰੱਖਦੀ ਹੈ, ਮਤਲਬ ਇੰਜਰੀਜ਼ ਤੋਂ ਬਚਾ ਕੇ ਰੱਖਦੀ ਹੈ। ਠੀਕ ਹੈ ਜੀ, ਤਾਂ ਇਹ ਸੈੱਲ ਵਾਲ ਸੀ। ਨੈਕਸਟ, ਸਾਈਟੋਪਲਾਜ਼ਮ। ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਲਾਸਟ ਲੈਕਚਰ ਦੇ ਵਿੱਚ, ਹੁਣ ਅਗੇਨ ਆਪਾਂ ਫਿਰ ਦੇਖਦੇ ਹਾਂ। ਆਪਾਂ ਸੈੱਲ ਦੇ ਵਿੱਚ ਆਊਟਰ ਮੋਸਟ ਲੇਅਰ ਦੀ ਗੱਲ ਕਰੀਏ ਤਾਂ ਅਗਰ ਆਪਾਂ ਓਵਰਆਲ ਸੈੱਲ ਦੇ ਵਿੱਚ ਗੱਲ ਕਰਾਂਗੇ ਤਾਂ ਸੈੱਲ ਮੈਂਬਰੇਨ ਹੋਏਗੀ ਬਾਹਰ ਵਾਲੀ ਲੇਅਰ। ਸੈੱਲ ਦੇ ਬਿਲਕੁਲ ਸੈਂਟਰ ਦੇ ਵਿੱਚ, ਇੱਥੇ ਬਿਲਕੁਲ ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦਾ ਹੈ। ਇਸ ਨਿਊਕਲੀਅਸ ਤੋਂ ਬਾਹਰ ਤੇ ਸੈੱਲ ਮੈਂਬਰੇਨ ਤੋਂ ਅੰਦਰ ਇੱਥੇ ਇੱਕ ਜੈਲੀ ਟਾਈਪ ਦਾ ਲਿਕੁਇਡ ਫਿਲ ਕੀਤਾ ਹੁੰਦਾ ਹੈ। ਠੀਕ ਹੈ ਜੀ, ਇੱਕ ਜੈਲੀ ਟਾਈਪ ਦਾ ਲਿਕੁਇਡ ਫਿਲ ਕੀਤਾ ਹੁੰਦਾ। ਇਸ ਲਿਕੁਇਡ ਨੂੰ ਹੀ ਕਿਹਾ ਜਾਂਦਾ ਹੈ ਸਾਈਟੋਪਲਾਜ਼ਮ। ਜਿਹੜਾ ਲਿਕੁਇਡ ਨਿਊਕਲੀਅਸ ਤੋਂ ਬਾਹਰ ਐਂਡ ਸੈੱਲ ਮੈਂਬਰੇਨ ਤੋਂ ਅੰਦਰ ਫਿਲ ਕੀਤਾ ਹੁੰਦਾ, ਇਸ ਲਿਕੁਇਡ ਨੂੰ ਕਿਹਾ ਜਾਂਦਾ ਹੈ ਸਾਈਟੋਪਲਾਜ਼ਮ। ਠੀਕ ਹੈ, ਤਾਂ ਜਿੰਨੇ ਵੀ ਆਪਣੀਆਂ ਕੈਮੀਕਲ ਰਿਐਕਸ਼ਨਸ ਹੁੰਦੀਆਂ ਸੈੱਲ ਦੇ ਵਿੱਚ ਇਸੇ ਲਿਕੁਇਡ ਦੇ ਵਿੱਚ ਹੀ ਹੁੰਦੀਆਂ, ਮਤਲਬ ਸਾਈਟੋਪਲਾਜ਼ਮ ਦੇ ਵਿੱਚ ਹੀ ਹੁੰਦੀਆਂ। ਅਤੇ ਜਿੰਨੀਆਂ ਵੀ ਆਪਣੀਆਂ ਸੈੱਲ ਔਰਗਨੈਲੀਜ਼ ਹੁੰਦੀਆਂ, ਆਪਾਂ ਲਾਸਟ ਲੈਕਚਰ ਦੇ ਵਿੱਚ ਦੇਖਿਆ ਸੀ, ਐਂਡੋਪਲਾਜ਼ਮਿਕ ਰੈਟੀਕੂਲਮ, ਵੈਕਿਊਲਸ, ਮਾਈਟੋਕੌਂਡਰੀਆ, ਰਾਈਬੋਸੋਮਸ, ਇਹ ਸਾਰੇ ਜਿੰਨੀਆਂ ਵੀ ਸੈੱਲ ਔਰਗਨੈਲੀਜ਼ ਹੁੰਦੀਆਂ ਇਸ ਲਿਕੁਇਡ ਦੇ ਵਿੱਚ ਹੀ ਪ੍ਰੈਜੈਂਟ ਹੁੰਦੀਆਂ ਇੱਥੇ। ਠੀਕ ਹੈ ਜੀ, ਮਤਲਬ ਕਾਫੀ ਇੰਪੋਰਟੈਂਟ ਹੈ ਇਹ ਲਿਕੁਇਡ ਦਾ ਹੋਣਾ। ਨੈਕਸਟ, ਨਿਊਕਲੀਅਸ। ਤਾਂ ਨਿਊਕਲੀਅਸ ਕੀ ਹੈ? ਸੈੱਲ ਦੇ ਬਿਲਕੁਲ ਸੈਂਟਰ ਦੇ ਵਿੱਚ ਨਿਊਕਲੀਅਸ ਪ੍ਰੈਜੈਂਟ ਹੋਏਗਾ, ਜਿਹਨੂੰ ਬ੍ਰੇਨ ਆਫ ਦਾ ਸੈੱਲ ਵੀ ਕਿਹਾ ਜਾਂਦਾ ਹੈ। ਇਹਨੂੰ ਆਪਾਂ ਬ੍ਰੇਨ ਆਫ ਦਾ ਸੈੱਲ ਵੀ ਕਹਿੰਦੇ ਹਾਂ। ਹੁਣ ਬ੍ਰੇਨ ਆਫ ਦਾ ਸੈੱਲ ਮਤਲਬ ਬ੍ਰੇਨ ਦਾ ਕੰਮ ਕੀ ਹੁੰਦਾ? ਅਗਰ ਆਪਾਂ ਨੋਰਮਲ ਬੋਡੀ 'ਚ ਵੀ ਦੇਖਾਂਗੇ ਤਾਂ ਸਿਗਨਲਸ ਸੈਂਡ ਕਰਦਾ ਸੈੱਲ ਨੂੰ ਗਰੋ ਹੋਣ ਦੇ ਲਈ, ਮੈਚਿਓਰ ਹੋਣ ਦੇ ਲਈ, ਡਿਵਾਈਡ ਹੋਣ ਦੇ ਲਈ, ਜਾਂ ਸੈੱਲ ਨੂੰ ਮਾਰਨ ਦੇ ਲਈ। ਇਹ ਸਾਰੇ ਸਿਗਨਲਸ ਕਿੱਥੋਂ ਆਉਂਦੇ ਆ? ਨਿਊਕਲੀਅਸ ਦੇ ਵਿੱਚੋਂ ਆਉਂਦੇ ਆ। ਨਿਊਕਲੀਅਸ ਦੇ ਵਿੱਚ ਇੱਕ ਕਾਫੀ ਇੰਪੋਰਟੈਂਟ ਮਟੀਰੀਅਲ ਵੀ ਪ੍ਰੈਜੈਂਟ ਹੁੰਦਾ ਜਿਹਨੂੰ ਆਪਾਂ ਹੈਰੀਡਿਟਰੀ ਮਟੀਰੀਅਲ ਕਹਿੰਦੇ ਹਾਂ। ਹੈਰੀਡਿਟਰੀ ਮਟੀਰੀਅਲ ਕਿਹੜਾ ਹੁੰਦਾ?
देखो हैरीडिटरी मटीरियल ही डिसाइड करता है अपनी बॉडी की शेप किस तरह की हैगी है। जिमें पेरेंट्स दे नाल अपनी बॉडी की शेप मिलती है, हाइट की गल करिए तो हाइट भी अपनी पेरेंट्स दे नाल मिलती है। ये डिसाइड किंदे द्वारा किया जाता है? हैरीडिटरी मटीरियल द्वारा। तो हैरीडिटरी मटीरियल हुंदा कित्थे है जां किन्नू कहने आपां? DNA नूं। ठीक है जी। तो ये जिहड़ा हैरीडिटरी मटीरियल मतलब DNA कित्थे प्रेजेंट हुंदा? न्यूक्लीयस दे विच ही प्रेजेंट हुंदा। ते न्यूक्लीयस नूं आपां की कहने आ? ब्रेन ऑफ द सैल। न्यूक्लीयस तो बाहर मान लो आपां न्यूक्लीयस की गल कर रहे हैं तो इस तरह न्यूक्लीयस प्रेजेंट हुंदा है। न्यूक्लीयस दे बाहर किहड़ी मैंबरेन हुंदी है, मतलब इहदे बाहर एक एनवैल्प हुंदा है। मान लो अपने कोल आ वाला न्यूक्लीयस है अपने सैल दे विच, आ न्यूक्लीयस है, तो न्यूक्लीयस तो बाहर एक मैंबरेन हुंदी है, एनवैल्प हुंदा है, जिहड़ा DNA नूं बाकी दे सैल तो अलग करदा है। इहनूं आपां की बोलदे हां? न्यूक्लीयर एनवैल्प बोलदे हां। नैक्सट बाकी कुछ सैल ऑर्गेनैलिज़ की गल की जाए तो सैल ऑर्गेनैलिज़ होर किहड़ियां होणगियां? न्यूक्लीयर मैंबरेन आपां पढ़ चुके हैं। एंडोप्लाज्मिक रेटिकुलम ER, इनू इन शॉर्ट दे विच ER बोलते हैं आपां। ये इनवॉल्व हुंदा है, ER इनवॉल्व किंदे विच हुंदा है? ट्रांसपोर्टेशन ऑफ सबसटांसिस थ्रू आउट द सैल। मतलब सैल दे विच किहड़ी चीज़ नूं कित्थे ट्रांसपोर्ट करना है, मतलब लैके जाना है, एक थां तो दूजी थां ते लैके जाना है। तो इनदा ये वाला फंक्शन कौन प्रोवाइड करता है, कौन करता है? तो ER करता है, एंडोप्लाज्मिक रेटिकुलम ही करता है। बाकी अपनी बॉडी दे विच कार्बोहाइड्रेट्स की फॉर्मेशन होनी है, लिपिड्स की फॉर्मेशन होनी है, स्टीरॉइड्स की फॉर्मेशन होनी है। इन्हां दे मैटाबॉलिज्म किस तरह, मतलब इन्हां दे की फंक्शन होणगे, तो ये भी कौन करूगा? एंडोप्लाज्मिक रेटिकुलम ही करता है। नैक्सट इज़ गोल्जी बॉडीज़। तो गोल्जी बॉडीज़ का काम की है? इनू अपने सैल का पोस्ट ऑफिस भी कहने। ठीक है जी, काफ़ी इंपोर्टेंट है ये पॉइंट, सैल का पोस्ट ऑफिस। क्यों? क्योंकि सैल दे विचे विचे मान लो को बाहरों कोई सैल दे अंदर कोई चीज़ आ गई तो उस चीज़ नूं किंदे कोल भेजना है, किहड़े डिपार्टमेंट कोल भेजना है, तो गोल्जी बॉडी डिसाइड करता है। ठीक है। नैक्सट राइबोसोम्स। राइबोसोम्स नूं प्रोटीन सिंथेसाइजर्स भी बोलते हैं। अपनी बॉडी दे विच जिहड़ी प्रोटीन बननी है, प्रोटीन जिहड़ी बननी हुंदी है, ये प्रोटीन बनाऊ कौन? राइबोसोम्स ही बनाते हैं। ठीक है। तां करके इन्हां नूं सिंथेसाइजर्स का मतलब बनाने वाले। नैक्सट माइटोकॉन्ड्रिया की गल की जाए तो माइटोकॉन्ड्रिया इज़ ऑल्सो नोन एज पावर हाउस ऑफ द सैल। तो माइटोकॉन्ड्रिया नूं पावर हाउस ऑफ द सैल भी कहा जाता है। क्यों? क्योंकि इहदे विच एनर्जी प्रोड्यूस होंदी है। एनर्जी किस फॉर्म च प्रोड्यूस होंदी है? तो एनर्जी जिहड़ी प्रोड्यूस होंदी है वो ATP की फॉर्म च होंदी है। हाँ जी, तुहाडे सारिਆਂ ਲਈ क्वेश्चन है, अगर तुहानूं पता है ATP की फुल फॉर्म की है तो तुसी नीचे कमेंट सैक्शन दे विच ATP की फुल फॉर्म जरूर मैंशन करनी है। हुणे ही तुसी मैंशन करो ATP की फुल फॉर्म। ठीक है जी, काफ़ी इंपोर्टेंट है। इनू ATP नूं आपां की कहने आ? अपनी सैल की एनर्जी करंसी है। नैक्सट अगली ऑर्गेनैलिज़, कुछ होर ऑर्गेनैलिज़ ते उन्हां दे फंक्शनस की गल की जाए। लाइजोसोम्स बारे आपां लास्ट लैक्चर दे विच भी डिस्कस किया सी। तो लाइजोसोम्स नूं सुसाइडल बैग्स भी कहने आपां। क्यों? वाई इट इज़ नोन एज सुसाइडल बैग्स? क्योंकि लाइजोसोम्स जिहड़े हुंदे आ ये बेसिकली सैल नूं मरन दे विच हैल्प करदे आ। जिहड़े सैल दी फंक्शनिंग बंद हो गई, मतलब सैल जिहड़े वेस्ट पे है, तो उन्हां नूं खत्म करन दे लई लाइजोसोम्स हुंदा है। हुण हुंदा की एक्चुअली लाइजोसोम्स? मान लो अपने सैल दे विच आह लाइजोसोम्स पिया है, तो की होऊगा? मान लो सैल कोई फंक्शन नहीं काम कर रहा, तो लाइजोसोम्स आपदे विच्चों कुछ क मटीरीयल, कुछ क अपने कैमिकल सबसटांसिस विच्चों रिलीज़ कर दिंदा है, विच्चों बाहर आ जांदे कैमिकल। ये कैमिकल्स सैल नूं बिल्कुल डिस्ट्रॉय कर दिंदे आ, खत्म कर दिंदे आ। तां करके लाइजोसोम्स नूं सुसाइडल बैग्स भी कहा जाता है। नैक्सट क्लोरोप्लास्ट। क्लोरोप्लास्ट बेसिकली फोटोसिंथेसिस दे विच काम करदे आ। ग्रीन कलर तुसी देखिया होना लीव्स का, है ना, अपन सारिਆਂ ਨੂੰ पता है। तो ग्रीन कलर जिहड़ा हुंदा है अपने सैल्स का बेसिकली
ਪਲਾਂਟ ਸੈਲਸ ਦੇ ਵਿੱਚ ਜਿਹੜਾ ਗ੍ਰੀਨ ਕਲਰ ਪਿਗਮੈਂਟ ਹੁੰਦਾ ਹੈ ਉਹ ਕਿੰਦੇ ਕਰਕੇ ਹੁੰਦਾ ਕਲੋਰੋਪਲਾਸਟ। ਅਗਰ ਇਹ ਕਲੋਰੋਪਲਾਸਟ ਪ੍ਰੈਜ਼ੈਂਟ ਹੈ ਤਾਂ ਹੀ ਆਪਣੇ ਪਲਾਂਟ ਸੈਲਸ ਦੇ ਵਿੱਚ ਉਹਨਾਂ ਦਾ ਜਿਹੜਾ ਫੂਡ ਪ੍ਰੋਡਿਊਸ ਹੋ ਰਿਹਾ। ਤਾਂ ਕਲੋਰੋਪਲਾਸਟ ਕਾਫੀ ਇੰਪੋਰਟੈਂਟ ਰੋਲ ਅਦਾ ਕਰਦੇ ਆ। ਪਿਗਮੈਂਟ ਕਲੋਰੋਫਿਲ, ਇਹਨਾਂ ਵਿੱਚ ਕਲੋਰੋਫਿਲ ਹੁੰਦਾ, ਕਲੋਰੋਫਿਲ ਕਰਕੇ ਜਿਹੜਾ ਪਲਾਂਟ ਦਾ ਕਲਰ ਗ੍ਰੀਨ ਕਲਰ ਹੁੰਦਾ। ਬੇਸਿਕਲੀ ਲੀਵਸ ਦਾ ਜਿਹੜਾ ਕਲਰ ਹੈ ਉਹ ਗ੍ਰੀਨ ਕਲਰ ਹੋਏਗਾ। ਨੈਕਸਟ ਵੈਕਿਊਲਸ, ਵੈਕਿਊਲਸ ਦਾ ਮਤਲਬ ਹੁੰਦਾ ਇੱਕ ਖਾਲੀ ਜਗ੍ਹਾ ਜੀ ਆਪਣੇ ਸੈੱਲ ਦੇ ਵਿੱਚ। ਮੰਨ ਲਓ ਆਪਣਾ ਸੈੱਲ ਹੈ, ਇਹਦੇ ਵਿੱਚ ਇੱਕ ਖਾਲੀ ਜਗ੍ਹਾ ਪਈ ਹੁੰਦੀ ਹੈ ਜਿਹਨੂੰ ਆਪਾਂ ਵੈਕਿਊਲਸ ਬੋਲਦੇ ਹਾਂ। ਇਹਦੇ ਵਿੱਚ ਕੀ ਸਟੋਰ ਹੁੰਦਾ, ਜਿਹੜੇ ਵੀ ਸੈੱਲ ਨੇ ਆਪਦਾ ਫੂਡ ਪ੍ਰੋਡਿਊਸ ਕਰ ਲਿਆ ਉਹਦਾ ਫੂਡ ਸਟੋਰ ਹੋ ਜਾਊਗਾ, ਜਾਂ ਐਕਸੈਸ ਆਫ ਵਾਟਰ ਪਿਆ ਉਹ ਵੀ ਇੱਥੇ, ਜਾਂ ਕੋਈ ਵੀ ਵੇਸਟੇਜ ਮਟੀਰੀਅਲ ਪਿਆ ਆਪਣੇ ਸੈੱਲ ਦੇ ਵਿੱਚ ਉਹ ਜਾ ਕੇ ਇੱਥੇ ਸਟੋਰ ਹੋ ਜਾਊਗਾ। ਠੀਕ ਹੈ ਜੀ, ਤਾਂ ਇਹਨੂੰ ਵੈਕਿਊਲ ਬੋਲਦੇ ਹਾਂ। ਹੁਣ ਅਗਰ ਆਪਾਂ ਦੋ ਸੈੱਲਸ ਦੀ ਗੱਲ ਕਰੀਏ, ਵਨ ਇਜ਼ ਪਲਾਂਟ ਸੈੱਲ ਐਂਡ ਸੈਕਿੰਡ ਵਨ ਇਜ਼ ਐਨੀਮਲ ਸੈੱਲ। ਅਗਰ ਆਪਾਂ ਵੈਕਿਊਲ ਦੀ ਗੱਲ ਕਰੀਏ ਤਾਂ ਪਲਾਂਟ ਸੈੱਲ ਦੇ ਵਿੱਚ ਕਾਫੀ ਵੱਡਾ ਸਾਰਾ ਵੈਕਿਊਲ ਇਸ ਤਰ੍ਹਾਂ ਪਿਆ ਹੁੰਦਾ ਹੈ, ਬਟ ਜੇਕਰ ਆਪਾਂ ਐਨੀਮਲ ਸੈੱਲ ਦੀ ਗੱਲ ਕਰੀਏ ਤਾਂ ਵੈਕਿਊਲ ਦਾ ਸਾਈਜ਼ ਬਹੁਤ ਛੋਟਾ ਹੁੰਦਾ ਹੈ। ਤਾਂ ਇਹ ਵੀ ਪੁਆਇੰਟ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ, ਇਹ ਕੰਪਲੀਟ ਆਪਣੇ ਸੈੱਲ ਬਾਰੇ ਸੀ। ਕਾਫੀ ਸਾਰੇ ਪੁਆਇੰਟਸ ਤੁਹਾਨੂੰ ਇਹਦੇ ਵਿੱਚ ਪਤਾ ਲੱਗੇ ਹੋਣਗੇ। ਤਾਂ ਜਿੰਨਾ ਵੀ ਸਟੂਡੈਂਟਸ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਔਨ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਾਰੀ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਟਾਈਮ ਟੂ ਟਾਈਮ। ਹਰ ਇੱਕ ਪੰਜਾਬ ਦੇ ਪੇਪਰ ਦੇ ਲਈ ਤੁਹਾਨੂੰ ਚੈਨਲ ਦੇ ਉੱਪਰ ਇੱਕ ਪਲੇਲਿਸਟ ਮਿਲ ਜਾਏਗੀ। ਠੀਕ ਹੈ ਜੀ, ਤਾਂ ਤੁਸੀਂ ਉਸ ਪਲੇਲਿਸਟ ਦੇ ਵਿੱਚ ਜਾ ਕੇ ਆਪਦੀ ਜੋ ਵੀ ਤੁਸੀਂ ਪੇਪਰ ਦੇਣ ਜਾ ਰਹੇ ਹੋ ਪੰਜਾਬ ਦਾ ਅਪਕਮਿੰਗ, ਤਾਂ ਉਹਦੇ ਰਿਗਾਰਡਿੰਗ ਤੁਸੀਂ ਇਹ ਲੈਕਚਰਸ ਸਾਰੇ ਸੁਣ ਲਿਓ। ਠੀਕ ਹੈ ਜੀ, ਥੈਂਕ ਯੂ ਆਲ ਆਫ ਯੂ।